ਸੈਸ਼ਨ 2022-23 ਦੇ ਮੇਰੇ ਅੱਜ ਦੇ ਇਸ ਪਹਿਲੇ ਲਾਈਵ ਲੈਕਚਰ ਵਿੱਚ ਸਾਰੇ तमाम ਜੀਓਗ੍ਰਾਫੀ ਪੜ੍ਹਾਉਣ ਵਾਲੇ ਭੈਣ ਭਰਾ ਔਰ ਸਾਰੇ ਬੱਚਿਆਂ ਦਾ ਨਿੱਘਾ ਖੈਰ ਮਕਦਮ ਹੈ। ਪਿਆਰੇ ਵਿਦਿਆਰਥੀਓ, ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਤੁਹਾਡੇ ਚੈਪਟਰ 2 ਦਾ ਇੱਕ ਟੌਪਿਕ ਡਿਸਕਸ ਕਰਾਂਗੇ, ਇੰਡੀਅਨ ਡਾਇਸਪੋਰਾ ਜਾਂ ਭਾਰਤੀ ਡਾਇਸਪੋਰਾ। ਸੋ ਇਹ ਡਾਇਸਪੋਰਾ ਕੀ ਹੁੰਦਾ, ਇਹਦੇ ਕਿਹੜੇ ਆਸਪੈਕਟਸ ਹਨ ਔਰ ਕਿਹੜੇ ਜਾਣਨੇ ਸਾਡੇ ਲਈ ਬਹੁਤ ਜ਼ਰੂਰੀ ਹਨ। ਆਓ ਅੱਜ ਦੇ ਇਸ ਕਲਾਸ ਵਿੱਚ ਸ਼ੁਰੂਆਤ ਕਰਦੇ ਹਾਂ। ਵਿਦਿਆਰਥੀਓ, ਡਾਇਸਪੋਰਾ ਯੂਨਾਨੀ ਭਾਸ਼ਾ ਦਾ, ਗ੍ਰੀਕ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਬਿਖਰਨਾ, ਬਿਖਰ ਜਾਣਾ। ਕਿਸੇ ਵੀ ਮੁਲਕ ਨਾਲ ਸੰਬੰਧਿਤ ਇਨਸਾਨ ਜਦੋਂ ਆਪਣਾ ਮੁਲਕ ਛੱਡ ਕੇ ਕਿਸੇ ਵੀ ਵਜ੍ਹਾ ਦੇ ਨਾਲ ਕਿਸੇ ਹੋਰ ਮੁਲਕ ਵਿੱਚ ਜਾ ਕੇ ਵਸ ਜਾਂਦਾ ਹੈ ਤਾਂ ਉਸ ਨੂੰ ਉਸ ਮੁਲਕ ਦਾ ਡਾਇਸਪੋਰਾ ਕਿਹਾ ਜਾਂਦਾ ਹੈ। ਵੈਸੇ ਵੀ ਭਾਰਤ ਦੇ ਵਿੱਚ ਜਿਹੜਾ ਭਾਰਤੀ ਸਮਾਜ ਹੈ ਜਾਂ ਭਾਰਤੀ ਸੱਭਿਆਚਾਰ ਹੈ ਸਾਡਾ, ਉਹਦੇ ਵਿੱਚ ਸਾਰੇ ਸੰਸਾਰ ਨੂੰ ਇੱਕ ਘਰ ਦੀ ਸੰਗਿਆ ਦਿੱਤੀ ਗਈ ਹੈ। ਸੰਸਕ੍ਰਿਤ ਦਾ ਸ਼ਲੋਕ ਹੈ, ਤੁਹਾਡੀ ਸਕਰੀਨ ਤੇ ਆ ਰਿਹਾ ਹੈ, उदार चरित्राना तो वसुधैव कुटुंबकम, के उदार चरित्र वाले मनुष्य का जो पूरा संसार उसका घर होता है। सो ਭਾਰਤੀ ਡਾਇਸਪੋਰਾ ਦਾ ਕੀ ਇਤਿਹਾਸ ਹੈ ਔਰ ਉਹਨਾਂ ਨੇ ਕੀ ਪ੍ਰਾਪਤੀਆਂ ਕੀਤੀਆਂ ਹਨ, ਉਹਨਾਂ ਦੇ ਛੋਟੇ ਛੋਟੇ ਆਸਪੈਕਟ ਨੂੰ ਅੱਜ ਦੀ ਇਸ ਕਲਾਸ ਦੇ ਵਿੱਚ ਸਮਝਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਤੁਹਾਡੇ ਜਿਹੜੇ ਵਜ਼ੀਰ ਆਜ਼ਮ ਹਨ ਸਾਡੇ ਭਾਰਤ ਦੇ, ਇਸ ਵਕਤ ਵੀ ਉਹ ਜਾਪਾਨ ਦੇ ਦੌਰੇ 'ਤੇ ਹਨ। ਕੁਆਡ ਦਾ ਸਮਿਟ ਹੋਇਆ ਹੈ ਜਿਹਦੇ ਵਿੱਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ, ਇਹ ਚਾਰ ਮੁਲਕ ਜਿਹੜੇ ਹਨ ਉਹ ਕੁਆਡ ਜਿਹੜਾ ਬਣਾਉਂਦੇ ਹਨ ਔਰ ਇੰਡੋ ਪੈਸੀਫਿਕ ਰੀਜਨ ਦੇ ਵਿੱਚ ਚਾਈਨਾ ਨੂੰ ਕੰਟੇਨ ਕਰਨ ਲਈ ਇਹਨਾਂ ਚਾਰੇ ਮੁਲਕਾਂ ਨੇ ਕੱਲ੍ਹ ਇੱਕ ਮੁਆਹਿਦੇ ਦੇ ਉੱਪਰ ਹਸਤਾਖਰ ਕੀਤੇ ਹਨ। ਔਰ ਇਹ ਤਸਵੀਰ ਜੋ ਤੁਹਾਡੀ ਸਕਰੀਨ 'ਤੇ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਉਸੇ ਜਾਪਾਨ ਦੇ ਜਿਹੜਾ ਯਾਤਰਾ ਹੈ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ, ਉਸੇ ਨਾਲ ਸੰਬੰਧਿਤ ਹੈ। ਸਾਲ 2020 ਦੀ ਗਲੋਬਲ ਮਾਈਗ੍ਰੇਸ਼ਨ ਰਿਪੋਰਟ ਹੈ। ਇਹਦੇ ਵਿੱਚ ਦੁਨੀਆ 'ਚ ਸਭ ਤੋਂ ਜ਼ਿਆਦਾ ਜਿਹੜੇ ਪ੍ਰਵਾਸੀ ਹੈ ਉਹ ਭਾਰਤ ਦੇ ਹਨ। ਲਗਭਗ 2 ਕਰੋੜ ਦੇ ਆਸ-ਪਾਸ ਸੰਸਾਰ ਦੇ ਅਲੱਗ-ਅਲੱਗ ਮੁਲਕਾਂ 'ਚ ਫੈਲੇ ਆ ਔਰ ਪਿਛਲੇ 10 ਸਾਲਾਂ ਦੇ ਵਿੱਚ ਲੱਖਾਂ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਜਿਹੜੀ ਹੈ ਉਹ ਛੱਡੀ ਹੈ ਔਰ ਉਹ ਬਾਹਰਲੇ ਮੁਲਕਾਂ ਦੇ ਵਿੱਚ ਵਸ ਗਏ ਹਨ। ਇਹ ਪ੍ਰਵਾਸੀ ਭਾਰਤੀ ਜਿਹੜੇ ਹੈ ਉਹ ਰਿਮਿਟੈਂਸ ਦੇ ਰੂਪ ਦੇ ਵਿੱਚ ਡਾਲਰ, ਪਾਉਂਡ, ਰੂਬਲ ਜਾਂ ਕਿਸੇ ਵੀ ਮੁਲਕ 'ਚ ਜਿਹੜੇ ਰਹਿੰਦੇ ਹਨ ਉੱਥੋਂ ਦੀ ਕਰੰਸੀ ਜਿਹੜੀ ਹੈ ਉਹ ਭਾਰਤ ਦੇ ਵਿੱਚ ਆਪਣੇ ਇੱਥੇ ਰਹਿੰਦੇ ਰਿਸ਼ਤੇਦਾਰਾਂ, ਭੈਣ ਭਰਾ, ਮਾਂ ਬਾਪ ਦੇ ਕੋਲ ਭੇਜਦੇ ਆ ਔਰ ਉਸ ਰਿਮਿਟੈਂਸ ਦੇ ਰੂਪ ਦੇ ਵਿੱਚ 78.6 ਅਰਬ ਡਾਲਰ, 78.6 ਅਰਬ ਡਾਲਰ ਜਿਹੜਾ ਕਿ ਭਾਰਤ ਦੇ ਕੁੱਲ ਘਰੇਲੂ ਉਤਪਾਦ GDP ਦਾ 3.4% ਬਣਦਾ ਹੈ, ਉਹ ਰਿਮਿਟੈਂਸ ਦੇ ਰੂਪ 'ਚ ਭੇਜਦੇ ਆ। ਸੋ ਕਿੰਨਾ ਜ਼ਿਆਦਾ ਜਿਹੜਾ ਪੈਸਾ ਹੈ ਉਹ ਭਾਰਤ ਦੇ ਵਿੱਚ ਭੇਜਿਆ ਜਾਂਦਾ ਹੈ ਔਰ ਇਹ ਸਾਰੇ ਭਾਰਤੀ ਪ੍ਰਵਾਸੀ ਜਿਹੜੇ ਰਹਿੰਦੇ ਹਨ ਉੱਥੇ ਸਖਤ ਮਿਹਨਤ ਕਰਦੇ ਆ, ਦਿਨ ਰਾਤ ਇੱਕ ਕਰਦੇ ਆ ਔਰ ਇਸ ਮੁਲਕ ਦਾ ਨਾਮ ਜਿਹੜਾ ਹੈ ਉਹ ਰੌਸ਼ਨ ਕਰਦੇ ਆ। ਜਿੱਥੋਂ ਤੱਕ ਇੰਡੀਅਨ ਡਾਇਸਪੋਰਾ ਦੇ ਇਤਿਹਾਸ ਦੀ ਗੱਲ ਆਪਾਂ ਅਗਰ ਕਰੀਏ ਤਾਂ ਬੜਾ ਪੁਰਾਣਾ ਹੈ। ਜਦੋਂ ਸਿੰਧ ਘਾਟੀ ਸੱਭਿਅਤਾ ਦਾ ਜ਼ਮਾਨਾ ਸੀਗਾ ਤੇ ਉੱਥੋਂ ਸਾਨੂੰ ਇਸ ਤਰ੍ਹਾਂ ਦੇ ਸਬੂਤ ਮਿਲਦੇ ਆ ਕਿ ਭਾਰਤੀ ਲੋਕਾਂ ਦੇ ਜਿਹੜੇ ਤਜਾਰਤੀ ਸੰਬੰਧ ਸਨ ਉਹ ਮੈਸੋਪੋਟਾਮੀਆ, ਮਿਸਰ ਜਾਂ ਹੋਰ ਜਿਹੜੀਆਂ ਸੱਭਿਅਤਾਵਾਂ ਸਨ ਉਹਨਾਂ ਨਾਲ ਸੀ। ਯਾਨੀ ਕਿ ਸਾਡੇ ਦੇਸ਼ ਦੇ ਵਿੱਚੋਂ ਜਹਾਜ਼ਰਾਨੀ ਦੇ ਜ਼ਰੀਏ, ਸ਼ਿਪਿੰਗ ਦੇ ਜ਼ਰੀਏ ਵਪਾਰਿਕ ਸੰਬੰਧ ਦੂਸਰੇ ਮਮਾਲਿਕ ਦੇ ਨਾਲ ਸਨ। ਭਾਰਤੀ ਸਿਲਕ ਰੂਟ ਜਿਹੜਾ ਹੈ, ਇਹ ਭਾਰਤੀ ਚੀਨ ਸਿਲਕ ਰੂਟ, ਇੰਡੋ ਚਾਈਨਾ ਸਿਲਕ ਰੂਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਵੀ ਇੱਕ ਵਪਾਰ ਦਾ ਜਾਂ ਤਜਾਰਤ ਦਾ ਇੱਕ ਵੱਡਾ ਮਾਧਿਅਮ ਸੀ ਜਿਹਦੇ ਤਹਿਤ ਭਾਰਤੀ ਲੋਕ ਦੂਸਰੇ ਮੁਲਕਾਂ ਦੇ ਵਿੱਚ ਪ੍ਰਵਾਸ ਕਰਦੇ ਸਨ ਔਰ ਵਪਾਰਿਕ ਸੰਬੰਧ ਸਾਡੇ ਜਿਹੜੇ ਸਨ ਉਹ ਬੜੇ ਬਿਹਤਰੀਨ ਸਨ ਦੁਨੀਆ ਦੇ ਵਿੱਚ। ਜਦੋਂ ਅੰਗਰੇਜ਼ਾਂ ਦਾ ਜ਼ਮਾਨਾ ਆਇਆ, ਬਸਤੀਵਾਦੀ ਕਾਲ, ਕਲੋਨੀਅਲਿਜ਼ਮ, ਸਾਡਾ ਮੁਲਕ ਸੰਨ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਕਬਜ਼ੇ ਹੇਠਾਂ ਸਿੱਧੇ ਜਾਂ ਸਿੱਧੇ ਰੂਪ 'ਚ ਆ ਗਿਆ ਔਰ ਅਗਲੇ 200 ਸਾਲ ਤੱਕ ਸਾਨੂੰ ਉੱਤੇ ਜਦੋਜਹਿਦ ਕਰਨੀ ਪਈ, ਲੜਾਈ ਲੜਨੀ ਪਈ ਤਾਂ ਕਿਤੇ ਜਾ ਕੇ ਸਾਡਾ ਦੇਸ਼ ਆਜ਼ਾਦ ਹੋਇਆ। ਸੋ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਹ ਕੀ ਕਰਦੇ ਸੀਗੇ ਕਿ ਸਾਡੇ ਭਾਰਤੀ ਲੋਕਾਂ ਨੂੰ ਗੁਲਾਮ ਬਣਾ ਕੇ, ਬੰਧੂਆ ਮਜ਼ਦੂਰ ਜਿਨ੍ਹਾਂ ਨੂੰ ਸਿਰਫ ਕੰਮ ਕਰਾਇਆ ਜਾਂਦਾ ਸੀ ਔਰ ਇੱਕ ਵਕਤ ਦਾ ਖਾਣਾ ਦਿੱਤਾ ਜਾਂਦਾ ਸੀ, ਉਹਨਾਂ ਨੂੰ ਮਜ਼ਦੂਰ ਬਣਾ ਕੇ ਉਹ ਦੂਸਰੇ ਮੁਲਕਾਂ ਦੇ ਵਿੱਚ ਜਿਹੜੇ ਭੇਜਦੇ ਸਨ ਔਰ ਇਹ ਮਜ਼ਦੂਰ ਬਣਾਉਂਦੇ ਸੀ ਜ਼ਿਆਦਾਤਰ ਬਿਹਾਰ, ਉੱਤਰ ਪ੍ਰਦੇਸ਼, ਬੰਗਾਲ, ਓਡੀਸ਼ਾ ਔਰ ਇਹਨਾਂ ਨੂੰ ਇੰਗਲੈਂਡ ਦੀਆਂ ਜਿਹੜੀਆਂ ਬਸਤੀਆਂ ਹੁੰਦੀਆਂ ਸੀ, ਵੈਸਟ ਇੰਡੀਜ਼, ਅਫਰੀਕਾ, ਦੱਖਣ ਪੂਰਬੀ ਏਸ਼ੀਆ, ਇਹਨਾਂ ਦੇਸ਼ਾਂ ਵਿੱਚ ਚੀਨੀ ਮਿੱਲਾਂ, ਕਪਾਹ ਦੀ ਖੇਤੀ, ਚਾਹ ਦੇ ਬਾਗਾਂ ਤੇ ਰੇਲ ਮਾਰਗ ਆਦਿ ਦੇ ਨਿਰਮਾਣ ਲਈ ਭੇਜਿਆ ਜਾਂਦਾ ਸੀਗਾ ਔਰ ਇਹ ਕੰਮ ਸਾਰੇ ਅੰਗਰੇਜ਼ ਭਾਰਤੀਆਂ ਕੋਲੋਂ, ਮਜ਼ਦੂਰਾਂ ਕੋਲੋਂ ਕਰਵਾਉਂਦੇ ਸਨ। ਕਿਤੇ ਰੇਲ ਲਾਈਨ ਬਣਨੀ ਆ,
ਕਿਤੇ ਖੇਤੀ ਕਰਨੀ ਆ, ਨੀਲ ਦੀ ਖੇਤੀ ਕਰਨੀ ਆ, ਕਪਾਹ ਦੀ ਖੇਤੀ ਕਰਨੀ ਆ, ਚਾਹ ਦੇ ਬਾਗ ਹੈ, ਰਬੜ ਦੇ ਬਾਗ ਹੈ, ਔਰ ਇਹ ਮਜ਼ਦੂਰ ਕਾਫੀ ਸਖਤ ਜੀ ਜਾਨ ਨਾਲ ਮਿਹਨਤ ਕਰਦੇ ਸੀ। ਉਸ ਜ਼ਮਾਨੇ ਦੇ ਉੱਥੇ ਜਾ ਕੇ ਵਸੇ ਹੋਏ ਆ। ਜਦੋਂ ਦੇਸ਼ ਆਜ਼ਾਦ ਹੋ ਗਿਆ, ਪੋਸਟ ਇੰਡੀਪੈਂਡੈਂਟ ਕਾਲ ਜਦੋਂ ਆਪਾਂ ਗੱਲ ਕਰਦੇ ਹਾਂ ਸਾਲ 1947 ਤੋਂ, ਉਦੋਂ ਜ਼ਿਆਦਾਤਰ ਜਿਹੜੇ ਮਿਡਲ ਕਲਾਸ ਫੈਮਿਲੀ ਸਨ ਉਹਨਾਂ ਨੇ ਵਿਦੇਸ਼ਾਂ ਦਾ ਰੁਖ ਕੀਤਾ। ਸਭ ਤੋਂ ਪਹਿਲਾਂ 1914 ਤੋਂ 1918 ਵਾਲਾ ਜਿਹੜਾ ਪਹਿਲਾ ਵਿਸ਼ਵ ਯੁੱਧ ਸੀ, ਸਾਡੇ ਕਾਫੀ ਪੰਜਾਬੀ ਭਰਾ ਵੀ ਜਿਹੜੇ ਆ ਉਹ ਅੰਗਰੇਜ਼ਾਂ ਦੀ ਫੌਜ ਵਿੱਚ ਜਾ ਕੇ ਬਾਹਰ ਮੁਲਕਾਂ ਦੇ ਵਿੱਚ ਲੜੇ। ਉਹਨਾਂ ਵਿੱਚੋਂ ਬਹੁਤ ਸਾਰੇ ਭਾਰਤੀ ਜਿਹੜੇ ਸਨ ਉਹ ਹਮੇਸ਼ਾ ਲਈ ਉੱਥੇ ਵਸ ਗਏ। ਇਹੀ ਕੁਛ ਵਰਤਾਰਾ ਦੂਸਰੇ ਵਿਸ਼ਵ ਯੁੱਧ 1939 ਤੋਂ 1945 ਦੇ ਦਰਮਿਆਨ ਵੀ ਹੋਇਆ, ਜਦੋਂ ਕਾਫੀ ਭਾਰਤੀ ਜਿਹੜੇ ਸਨ ਉਹਨਾਂ ਨੇ ਜਦੋਂ ਵਿਦੇਸ਼ਾਂ ਦੇ ਵਿੱਚ ਰਹਿਣ ਸਹਿਣ ਦਾ ਢੰਗ, ਸਹੂਲਤਾਂ, ਸਟੇਟਸ ਦੇਖਿਆ ਤਾਂ ਉਹ ਉਸ ਵੱਲ ਖਿੱਚੇ ਗਏ। ਸੋ ਇਸ ਕਰਕੇ ਕਾਫੀ ਸਾਡੇ ਲੋਕ ਜਿਹੜੇ ਸਨ ਉਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਪ੍ਰਵਾਸ ਕੀਤਾ। ਇਹਨਾਂ ਵਿੱਚ ਸਿੱਖਿਅਤ, ਲਰਨਡ, ਅਸਿੱਖਿਅਤ, ਸੈਮੀ ਸਕਿਲਡ ਕਾਮੇ ਵੀ ਸੀ। ਬ੍ਰਿਟਿਸ਼ ਰਾਜ ਦੇ ਸਮੇਂ ਅੰਗਰੇਜ਼ਾਂ ਨੇ ਫੀਜੀ, ਕੇਨੀਆ, ਮਲੇਸ਼ੀਆ ਇਹਨਾਂ 'ਚ ਲੇਬਰ ਭੇਜੀ ਸੀ। ਇਹਨਾਂ ਨੂੰ ਗਿਰਮਿਟੀਆਸ ਵੀ ਕਹਿੰਦੇ ਆ। ਸੋ ਅੰਗਰੇਜ਼ਾਂ ਦੇ ਰਾਜ ਸਮੇਂ ਇਹ ਲੇਬਰ ਜਿਹੜੀ ਭੇਜੀ ਗਈ ਸੀ। ਹੁਣ ਪੰਜਾਬ ਦੀ ਜਿਹੜੀ ਦੁਆਬਾ ਬੈਲਟ ਹੈ, ਇੱਥੇ ਅੱਜ ਨਹੀਂ, ਪਿਛਲੇ ਕੁਛ 50 ਜਾਂ ਆਪਾਂ ਲਾ ਲਈਏ 60 ਸਾਲ ਤੱਕ ਕਾਫੀ ਸਾਰੇ ਜਿਹੜੇ ਲੋਕ ਹੈ ਉਹ ਬਾਹਰਲੇ ਮੁਲਕਾਂ ਜਾ ਕੇ ਵਸ ਚੁੱਕੇ ਆ। ਤੁਸੀਂ ਪੂਰੇ ਦੁਆਬਾ ਬੈਲਟ ਜਿਹੜੀ ਹੈ ਉਹ ਪਲਾਥੀਆ, ਨੂਰਮਹਿਲ ਦਾ ਇਲਾਕਾ ਜਾ ਕੇ ਦੇਖ ਲਓ। ਜਿਹੜੇ ਉੱਥੇ ਬੱਚੇ ਸੁਣ ਰਹੇ ਆ, ਵਿਦਿਆਰਥੀ, ਉਹਨਾਂ ਨੂੰ ਪਤਾ ਹੋਏਗਾ ਕਿ ਕਰੋੜਾਂ ਦੀਆਂ ਕੋਠੀਆਂ ਵੀ ਬਣੀਆਂ, ਘਰ ਵੀ ਬਣੀਆਂ, ਪਰ ਖਾਲੀ ਆ, ਜਾਂ ਉੱਥੇ ਮਾਈਗ੍ਰੈਂਟ ਲੇਬਰਰਸ ਜਿਹੜੇ ਉਹ ਰਹਿ ਰਹੇ ਆ। ਮੋਸਟਲੀ ਪੰਜਾਬੀ ਜਿਹੜੇ ਆਪਣੇ ਪਿੰਡ, ਆਪਣੇ ਘਰ-ਬਾਰ ਛੱਡ ਕੇ ਵਿਦੇਸ਼ਾਂ ਵਿੱਚ ਪੱਕੇ ਜਾਂ ਅਸਥਾਈ ਤੌਰ ਤੇ ਵਸ ਚੁੱਕੇ, ਔਰ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਠੇਕੇ ਦੇ ਉੱਪਰ ਆ। ਇਹ ਵਰਤਾਰਾ ਹੁਣ ਇਕੱਲੇ ਦੁਆਬੇ ਤੱਕ ਮਹਿਦੂਦ ਨਹੀਂ ਰਹਿ ਗਿਆ, ਸੀਮਤ ਨਹੀਂ ਰਹਿ ਗਿਆ। ਹੁਣ ਮਾਈਗ੍ਰੇਸ਼ਨ ਦਾ ਵਿਦੇਸ਼ਾਂ ਵੱਲ ਜਿਹੜਾ ਵਰਤਾਰਾ ਆ ਉਹ ਪੰਜਾਬ ਦੇ ਵਿੱਚ ਮਾਝਾ, ਅੰਮ੍ਰਿਤਸਰ, ਤਰਨਤਾਰਨ, ਪੱਟੀ ਵਾਲੀ ਬੈਲਟ, ਮਾਲਵਾ, ਸਾਰਾ ਖਿੱਤਾ, ਜ਼ਮੀਨਾਂ ਸਾਡੀਆਂ ਡਿਸਫੰਕਸ਼ਨਲ ਹੋ ਗਈਆਂ, ਪਾਣੀ ਸਾਡੇ ਪੀਣ ਦੇ ਕਾਬਿਲ ਨਹੀਂ ਰਹੇ। 40 ਸਾਲ ਤੱਕ ਅਸੀਂ ਰੱਜ ਕੇ ਜਿਹੜੇ ਜ਼ਹਿਰਾਂ ਦਾ ਸਪਰੇਅ ਕੀਤਾ, ਪਾਣੀ, ਮਿੱਟੀ ਖਰਾਬ ਕਰ ਲਈ। ਹੁਣ ਪੰਜਾਬੀ ਜਿਹੜੇ ਆ ਉਹ ਬਾਹਰਲੇ ਮੁਲਕਾਂ ਵੱਲ ਪ੍ਰਵਾਸ ਕਰ ਰਿਹਾ, ਜਾ ਰਹੇ ਤੇਜ਼ ਨਾਲ। ਅੱਗੇ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਕੋਈ ਇੱਕਾ ਦੁੱਕਾ ਆਈਲੈਟ ਸੈਂਟਰ ਬਣੇ ਹੁੰਦੇ ਸੀਗੇ, ਔਰ ਹੁਣ ਤੁਸੀਂ ਦੇਖੋ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਘੱਟੋ ਘੱਟ 30 40 ਜਿਹੜੇ ਆਈਲੈਟ ਸੈਂਟਰ ਬਣੇ ਹੋਏ ਆ, ਕਿ ਇੱਕੋ ਇੱਕ ਮਕਸਦ ਹੈ ਕਿ ਪੰਜਾਬ ਦਾ ਜਿੰਨਾ ਯੂਥ ਹੈ, ਨੌਜਵਾਨ ਵਰਗ ਹੈ, ਕੁੜੀਆਂ ਮੁੰਡੇ, ਉਹ ਪੰਜਾਬ 'ਚ ਨਾ ਰਹਿਣ, ਉਹ ਵਿਦੇਸ਼ਾਂ 'ਚ ਚਲੇ ਜਾਣ। ਔਰ ਇਹ ਵਰਤਾਰਾ ਜਾਰੀ ਹੈ, ਹੋ ਰਿਹਾ ਹੈ। ਕਿਤੇ ਨਾ ਕਿਤੇ ਅਸੀਂ ਉਮੀਦ ਕਰਦੇ ਹਾਂ ਆਪਣੀ ਸਰਕਾਰ ਕੋਲੋਂ ਕਿ ਇਹ ਵਰਤਾਰਾ ਜਿਹੜਾ ਹੈ ਹੁਣ ਉਹ ਠੀਕ ਹੋਵੇ। ਪੰਜਾਬ ਦੇ ਲੋਕਾਂ ਨੇ, ਤੁਸੀਂ, ਅਸੀਂ ਮਿਲ ਕੇ ਅਗਰ ਪੰਜਾਬ ਨੂੰ ਨਹੀਂ ਸੰਭਾਲਣਾ ਤੇ ਫਿਰ ਕੌਣ ਸੰਭਾਲੇਗਾ? ਇਹ ਸਾਡੀ ਮਿੱਟੀ ਹੈ, ਸਾਡਾ ਮੁਲਕ ਹੈ, ਸਾਡਾ ਖੇਤਾ ਹੈ, ਅਸੀਂ ਇੱਥੇ ਹੀ ਰਹਿਣਾ। ਖੈਰ, ਇਹ ਇੱਕ ਅਲੱਗਾ ਇਸ਼ੂ ਹੈ। ਹੁਣ ਜ਼ਿਆਦਾਤਰ ਭਾਰਤੀ ਕਿਹੜੇ ਦੇਸ਼ਾਂ ਜਾਂਦੇ ਆ? ਸਭ ਤੋਂ ਜ਼ਿਆਦਾ ਜਿਹੜੇ ਭਾਰਤੀ ਹੈ 2020 ਦੀ ਰਿਪੋਰਟ ਦੇ ਵਿੱਚ 3.5 ਮਿਲੀਅਨ ਇਹ UAE, ਯੂਨਾਈਟਿਡ ਅਰਬ ਐਮੀਰੇਟ, ਦੁਬਈ ਵਗੈਰਾ 'ਚ ਸੈਮੀ ਸਕਿਲਡ ਲੇਬਰਰ ਹੁੰਦੇ ਆ ਜ਼ਿਆਦਾਤਰ। ਦੂਜੇ ਨੰਬਰ ਤੇ ਅਮਰੀਕਾ, US ਹੈ, ਫਿਰ ਸਾਊਦੀ ਅਰੇਬੀਆ, ਕੁਵੈਤ, ਓਮਾਨ, UK, ਕਤਰ। ਯਾਨੀ ਕਿ ਜ਼ਿਆਦਾਤਰ ਅਗਰ ਅਸੀਂ ਦੇਖੀਏ ਤਾਂ ਜ਼ਿਆਦਾ ਲੋਕ ਜਿਹੜੇ ਆ US ਨੂੰ ਛੱਡ ਦਈਏ ਤਾਂ ਉਹ ਮਿਡਲ ਈਸਟ ਕੰਟਰੀ ਜਿਹੜੇ ਆ, ਮੱਧ ਪੂਰਬੀ ਦੇਸ਼, ਉਹਨਾਂ ਜਾਂਦੇ ਆ, ਕਿਉਂਕਿ ਉੱਥੇ ਲੇਬਰ ਦੀ ਡਿਮਾਂਡ ਕਾਫੀ ਜ਼ਿਆਦਾ ਆ। ਅਸਿੱਖਿਅਤ ਜਿਹੜੇ ਆ, ਸੈਮੀ ਸਕਿਲਡ ਲੇਬਰਰ ਆ, ਸੈਮੀ ਸਕਿਲਡ ਮਜ਼ਦੂਰ ਹੈ, ਉਹਨਾਂ ਦੀ ਡਿਮਾਂਡ ਕਾਫੀ ਜ਼ਿਆਦਾ ਹੈ। ਇਸ ਕਰਕੇ ਇਹ ਜਿਹੜੇ ਲੇਬਰ ਜੋ ਹੈ ਉਹ ਜ਼ਿਆਦਾ ਕੰਮ ਕਰਦੀ ਹੈ, ਇਹਨਾਂ ਮੁਲਕਾਂ 'ਚ ਜ਼ਿਆਦਾ ਜਾਂਦੀ ਹੈ। ਔਰ ਇਹਨਾਂ ਮੁਲਕਾਂ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜੇ ਸਾਊਥ ਇੰਡੀਅਨ, ਦੱਖਣ ਭਾਰਤੀ ਹੈ ਭੈਣ ਭਰਾ ਜਿਹੜੇ ਆ, ਉਹਨਾਂ ਦੀ ਤਾਦਾਦ ਕਾਫੀ ਜ਼ਿਆਦਾ ਆ, ਪੰਜਾਬੀਆਂ ਨਾਲੋਂ ਵੀ ਜ਼ਿਆਦਾ ਹੈ। ਸੋ ਜਦੋਂ ਵੀ ਤੁਸੀਂ ਇਹ ਗੱਲ ਕਰਨੀ ਹੈ ਕਿ ਕਿਹੜੇ ਦੇਸ਼ ਸਭ ਤੋਂ ਵੱਧ ਜਾਂਦੇ ਆ, ਉਹ UAE ਆ, ਇਹ ਯਾਦ ਰੱਖਣਾ। ਸਭ ਤੋਂ ਜ਼ਿਆਦਾ ਇੰਡੀਅਨ ਡਾਇਸਪੋਰਾ ਇੰਡੀਆ ਦਾ ਹੈ। ਪੂਰੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਡਾਇਸਪੋਰਾ ਜਿਹੜਾ ਆ ਭਾਰਤੀਆਂ ਦਾ, ਉਹ ਭਾਰਤੀਆਂ ਦਾ ਹੈ ਪੂਰੀ ਦੁਨੀਆ ਵਿੱਚ। ਫਿਰ ਮੈਕਸੀਕੋ, ਰਸ਼ੀਆ, ਚਾਈਨਾ ਔਰ ਸੀਰੀਆ ਦੀ ਵਾਰੀ ਆਉਂਦੀ ਹੈਗੀ ਹੈ। ਇੱਥੇ ਜਿਹੜੀ ਗੱਲ ਸਮਝਣ ਵਾਲੀ ਹੈ, ਇਹਦੇ ਵਿੱਚ NRI, ਪਰਸਨਸ ਆਫ ਇੰਡੀਅਨ ਓਰੀਜਨ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ। ਹੁਣ ਇਹ ਤੁਹਾਡੇ ਸਿਲੇਬਸ ਦਾ ਹਿੱਸਾ ਭਾਵੇਂ ਨਹੀਂ ਹੈ, ਤੁਹਾਡੇ ਲਈ ਇੰਨਾ ਹੀ ਬੜਾ ਹੈ ਕਿ ਡਾਇਸਪੋਰਾ ਦਾ ਮਤਲਬ ਕੀ ਹੈ, ਕਿਹੜੇ ਮੁਲਕਾਂ ਨੂੰ ਜ਼ਿਆਦਾ ਭਾਰਤੀ ਲੋਕ ਚਾਹੁੰਦੇ ਆ ਔਰ ਉਹਦਾ ਕੀ ਨਤੀਜਾ ਹੈ। ਪਰ ਇੱਥੇ ਇੱਕ ਗੱਲ ਜਿਹੜੀ ਮੈਂ ਆਪਣੇ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ NRI ਜਿਹੜੇ ਆ, ਨਾਨ ਰੈਜ਼ੀਡੈਂਟ ਇੰਡੀਅਨਸ, ਤੇ ਪਰਸਨ ਆਫ ਇੰਡੀਅਨ ਓਰੀਜਨ, ਇਹਨਾਂ 'ਚ ਕੀ ਫਰਕ ਹੁੰਦਾ ਹੈ? ਪਰਸਨ ਆਫ ਇੰਡੀਅਨ ਓਰੀਜਨ ਤੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਇਹ ਇੱਕੋ ਕੈਟੇਗਰੀ ਬਣਾ ਦਿੱਤੀ ਸੀ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੇ ਸਾਲ 2015 ਦੇ ਵਿੱਚ। ਹੁਣ ਪ੍ਰੈਜ਼ੈਂਟਲੀ ਕੀ ਹੈ?
2 ਕੈਟਾਗਰੀ ਆ ਬਸ, ਯਾਦ ਕਰ ਲਓ। ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਜਿਨ੍ਹਾਂ ਨੂੰ ਭਾਰਤ ਦਾ ਨਾਗਰਿਕ ਨਹੀਂ ਮੰਨਿਆ ਜਾਂਦਾ, ਹੁੰਦੇ ਭਾਰਤੀ ਆ ਪਰ ਜੰਮੇ ਪਲੇ ਬਾਹਰਲੇ ਮੁਲਕਾਂ 'ਚ। ਇਹਨਾਂ ਨੂੰ ਵੋਟਿੰਗ ਦਾ ਕੋਈ ਹੱਕ ਨਹੀਂ ਆ, ਨਾ ਇਹ ਭਾਰਤ ਵਿੱਚ ਆ ਕੇ ਜ਼ਮੀਨ ਖਰੀਦ ਸਕਦੇ ਆ, ਨਾ ਇਲੈਕਸ਼ਨ ਲੜ ਸਕਦੇ ਆ, ਨਾ ਇਹ ਵੋਟਾਂ ਪਾ ਸਕਦੇ ਆ। ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਨੂੰ ਮਲਟੀਪਲ ਐਂਟਰੀ ਦਾ ਹੱਕ ਹੁੰਦਾ ਕਿ ਉਹ ਭਾਰਤ ਜਾ ਆ ਸਕਦਾ ਆ, ਤਾਂ ਉਮਰ ਪੂਰੀ ਉਮਰ ਵੀਜ਼ਾ ਲੈ ਸਕਦਾ ਹੈ, ਪੁਲਿਸ ਕੋਲ ਹਾਜ਼ਰੀ ਦੀ ਜ਼ਰੂਰਤ ਨਹੀਂ ਹੁੰਦੀ, ਪਰ ਉਹ ਇੱਥੇ ਖੇਤੀਬਾੜੀ ਵਾਲੀ ਜਾਂ ਪਲਾਂਟੇਸ਼ਨ ਐਗਰੀਕਲਚਰ ਨਹੀਂ ਖਰੀਦ ਸਕਦਾ। ਦੂਸਰੇ ਨੰਬਰ ਤੇ NRI ਕੌਣ ਹੈ? ਨਾਰਮਲੀ ਇਹ ਵਰਡ ਬੜਾ ਸਾਡੀ ਜ਼ੁਬਾਨ ਤੇ ਹੁੰਦਾ ਹੈ, NRI ਆ ਪਿੰਡ ਦੇ ਵਿੱਚ, NRI ਕੋਲੋਂ ਅਸੀਂ ਆਹ ਹੈਲਪ ਜਿਹੜੀ ਆ ਉਹ ਮੰਗਣੀ ਹੈਗੀ ਆ, NRI ਆਇਆ, NRI ਗਿਆ, ਲਾਈਕ ਦੈਟ, ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਅਕਸਰ ਕਰਦੇ ਹਾਂ। NRI ਉਹ ਹੁੰਦੇ ਆ ਜਿਹੜੇ ਕਿ ਜਿਨ੍ਹਾਂ ਕੋਲ ਇੰਡੀਅਨ ਪਾਸਪੋਰਟ ਔਰ ਬਾਹਰਲੇ ਮੁਲਕਾਂ ਦੇ ਵਿੱਚ ਗਏ ਹੋਏ ਆ। ਕੋਈ ਵੀ ਸ਼ਖਸ ਜਿਹਦੇ ਕੋਲ ਭਾਰਤੀ ਪਾਸਪੋਰਟ ਹੈ ਔਰ 182 ਦਿਨ ਤੱਕ ਮੁਲਕ ਤੋਂ ਬਾਹਰ ਰਹਿੰਦਾ ਹੈ, ਉਹਨੂੰ ਅਸੀਂ NRI ਦੀ ਕੈਟਾਗਰੀ ਦੇ ਵਿੱਚ ਪਾ ਦਿੰਦੇ ਹੈਗੇ। ਹੁਣ ਇਹ ਭਾਰਤੀ ਕਰਦੇ ਕੀ ਹਨ? ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਇੰਡੀਅਨਸ ਰਹਿੰਦੇ ਆ, ਉਹ ਸਾਡੇ ਮੁਲਕਾਂ ਨਾਲ ਜਿਹੜੇ ਉਸ ਮੁਲਕ ਦੇ ਸਫਾਰਤੀ ਸੰਬੰਧ ਹੈ, ਡਿਪਲੋਮੈਟਿਕ ਰਿਲੇਸ਼ਨਸ ਹੈ, ਉਹਨਾਂ ਨੂੰ ਸੁਧਾਰਨ ਦੇ ਵਿੱਚ, ਇੰਪਰੂਵ ਕਰਨ 'ਚ ਬੜਾ ਵੱਡਾ ਰੋਲ ਅਦਾ ਕਰਦੇ ਆ। ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਬੈਸਟ ਐਗਜ਼ਾਮਪਲ ਹੈ, ਸਾਲ 2006 ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਔਰ ਅਮਰੀਕਾ ਦੇ ਉਸ ਟਾਈਮ ਦੇ ਉੱਪਰ ਸਦਰ ਸੀ ਬਰਾਕ ਓਬਾਮਾ ਸਾਹਿਬ, ਔਰ ਇੰਡੀਅਨ US ਨਿਊਕਲੀਅਰ ਸਿਵਲ ਨਿਊਕਲੀਅਰ ਡੀਲ ਹੋਈ ਸੀ ਉਸ ਟਾਈਮ ਦੇ ਉੱਪਰ, ਔਰ ਉਸ ਨਿਊਕਲੀਅਰ ਡੀਲ ਨੂੰ ਸਕਸੈਸਫੁਲ ਕਰਨ ਦੇ ਵਿੱਚ, ਕਾਮਯਾਬ ਕਰਨ ਦੇ ਵਿੱਚ ਜਿਹੜੇ ਉੱਥੇ ਭਾਰਤੀ ਸਾਡੇ ਰਹਿੰਦੇ ਸੀਗੇ, ਉਹਨਾਂ ਦਾ ਬੜਾ ਵੱਡਾ ਹੱਥ ਸੀਗਾ। ਇਸੇ ਤਰ੍ਹਾਂ ਦੇ ਨਾਲ ਅੱਜ ਵੀ ਚਾਹੇ ਸਾਡੇ ਡਿਪਲੋਮੈਟਿਕ ਰਿਲੇਸ਼ਨ ਜਿਹੜੇ ਆ ਉਹ ਅਮਰੀਕਾ ਨਾਲ ਹੋਣ, ਚਾਹੇ ਜਰਮਨੀ ਨਾਲ ਹੋਣ, ਜਾਪਾਨ ਦੇ ਨਾਲ ਹੋਣ, ਆਸਟ੍ਰੇਲੀਆ ਦੇ ਨਾਲ ਹੋਣ, ਜਾਂ ਯੂਰਪ ਦੇ ਕਿਸੇ ਵੀ ਮੁਲਕ ਦੇ ਵਿੱਚ ਹੋਣ, ਜਿਹੜੇ ਉੱਥੇ ਸਾਡੇ ਭਾਰਤੀ ਲੋਕ ਰਹਿੰਦੇ ਆ, ਉਹਨਾਂ ਦਾ ਕਾਫੀ ਮਹੱਤਵਪੂਰਨ ਰੋਲ ਹੁੰਦਾ ਉਹਨਾਂ ਡਿਪਲੋਮੈਟਿਕ ਰਿਲੇਸ਼ਨਸ ਨੂੰ ਬਹੁਤ ਸੁਧਾਰਨ 'ਚ, ਇੰਪਰੂਵ ਕਰਨ 'ਚ ਤੇ ਰਿਸ਼ਤਿਆਂ ਨੂੰ ਹੋਰ ਗੂੜੇ ਕਰਨ ਦੇ ਵਿੱਚ। ਅਗਰ ਤੁਹਾਨੂੰ ਯਾਦ ਹੋਵੇ ਤੇ ਕੈਨੇਡਾ ਦੇ ਵਿੱਚ ਸਾਡੇ ਕਾਫੀ ਜ਼ਿਆਦਾ ਜਿਹੜੇ ਉੱਥੋਂ ਦੀਆਂ ਸਟੇਟਸ ਦੇ ਜਿਹੜੇ ਹੈੱਡ ਆ ਉਹ ਭਾਰਤੀ ਆ। ਹੁਣ ਸਮੱਸਿਆਵਾਂ ਕੀ ਹੈ? ਇੰਡੀਅਨ ਜਿਹੜਾ ਡਾਇਸਪੋਰਾ ਬਾਹਰ ਰਹਿੰਦਾ ਹੈ, ਉਹਨਾਂ ਵਾਸਤੇ ਕੀ ਸਮੱਸਿਆਵਾਂ? ਅਗਰ ਤੁਸੀਂ ਕੱਲ੍ਹ ਦੀ ਇੱਕ ਘਟਨਾ ਦੇਖੋ ਤੇ US ਦੇ ਵਿੱਚ ਇੱਕ ਸ਼ਹਿਰ ਦੇ ਵਿੱਚ, ਟੈਕਸਸ ਦੇ ਵਿੱਚ 21 ਬੱਚਿਆਂ ਨੂੰ ਜਿਹੜੀ ਆ ਉਹ ਗੋਲੀ ਮਾਰ ਦਿੱਤੀ ਗਈ। ਇਹੋ ਜਿਹੀਆਂ ਘਟਨਾਵਾਂ ਅਮਰੀਕਾ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੁੰਦੀਆਂ ਔਰ ਅਕਸਰ ਹੁੰਦੀਆਂ। ਔਰ ਉਹ ਜਿਹੜਾ ਕਤਲ ਕਰਨ ਵਾਲਾ ਬੰਦਾ ਸੀਗਾ, ਉਹਦੇ ਮਨ ਦੇ ਵਿੱਚ ਉਸ ਇੱਕ ਪਰਟੀਕੂਲਰ ਕਮਿਊਨਿਟੀ ਦੇ ਪ੍ਰਤੀ ਇੱਕ ਨਫ਼ਰਤ ਸੀ। ਇਹ ਨਫ਼ਰਤ ਕਿਉਂ ਫੈਲੀ? ਸੋ ਜਦੋਂ ਹੇਟ ਸਪੀਚਿਸ ਦੀਆਂ ਘਟਨਾਵਾਂ ਹੁੰਦੀਆਂ ਆ, ਜਦੋਂ ਵਰਲਡ ਟ੍ਰੇਡ ਸੈਂਟਰ ਤੇ ਅਟੈਕ ਹੋਇਆ ਸਾਲ 2001 ਵਿੱਚ, ਤਾਂ ਬੜੇ ਸਾਰੇ ਸਿੱਖਾਂ ਨੂੰ ਜਿਹੜੇ ਖੁੱਲੀ ਦਾੜੀਆਂ ਵਾਲੇ ਸੀ, ਉਹਨਾਂ ਨੂੰ ਮੁਸਲਮਾਨ ਸਮਝ ਕੇ ਉਹਨਾਂ ਤੇ ਅਟੈਕ ਹੋਏ ਸੀਗੇ ਕਿ ਸ਼ਾਇਦ ਇਹ ਵੀ ਉਸ ਕੈਟਾਗਰੀ ਨਾਲ ਸੰਬੰਧ ਰੱਖਦੇ, ਉਸ ਕੌਮ ਨਾਲ ਸੰਬੰਧ ਰੱਖਦੇ ਆ ਜਿਨ੍ਹਾਂ ਨੇ ਹਮਲਾ ਕਰਵਾਇਆ। ਦੂਸਰੀ ਗੱਲ ਕਿ ਨੌਕਰੀਆਂ ਘਟ ਰਹੀਆਂ। ਇੰਡੀਅਨ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਰਿਪੋਰਟ ਆਈ ਹੈ 3 ਦਿਨ ਪਹਿਲਾਂ ਕਿ ਪੂਰੀ ਦੁਨੀਆ 'ਚ 170 ਮਿਲੀਅਨ ਦੇ ਕਰੀਬ ਨੌਕਰੀਆਂ ਕਰੋਨਾ ਦੌਰ ਦੇ ਦੌਰਾਨ ਜਿਹੜੀਆਂ ਉਹ ਖਤਮ ਹੋ ਗਈਆਂ, ਬੰਦ ਹੋ ਗਈਆਂ, ਨੌਕਰੀਆਂ ਘਟ ਰਹੀਆਂ। ਸੋ ਜਿਹੜੀ ਐਂਟੀ ਗਲੋਬਲਾਈਜੇਸ਼ਨ ਵੇਵ ਚੱਲਦੀ ਪਈ ਹੈ ਪੂਰੀ ਦੁਨੀਆ ਦੇ ਅੰਦਰ, ਪੂਰੀ ਦੁਨੀਆ ਦੇ ਜਿਹੜੇ ਮੁਲਕ ਆ ਉਹ ਇਹ ਚਾਹੁੰਦੇ ਕਿ ਸਾਡੇ ਨਾਗਰਿਕਾਂ ਨੂੰ ਨੌਕਰੀ ਮਿਲੇ, ਨਾ ਕਿ ਜਿਹੜੇ ਬਾਹਰੋਂ ਆ ਕੇ ਇੱਥੇ ਕੰਮ ਕਰ ਰਹੇ ਆ, ਅਦਰਵਾਈਜ਼ ਉਹਨਾਂ ਦੀਆਂ ਨੌਕਰੀਆਂ ਦੇ ਮੌਕੇ ਘਟ ਰਹੇ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਐਂਟੀ ਗਲੋਬਲਾਈਜੇਸ਼ਨ ਦਾ ਮਾਹੌਲ ਜਿਹੜਾ ਬਣ ਰਿਹਾ, ਜਿਹਦੇ ਨਾਲ ਵੀਜ਼ਾ ਨੋਰਮ ਜਿਹੜੇ ਆ ਉਹ ਬਾਹਰਲੇ ਮੁਲਕਾਂ ਵਿੱਚ ਸਖਤ ਹੋਣ ਦੇ ਕਾਫੀ ਚਾਂਸਸ ਹੈਗੇ ਆ। ਦੂਸਰੀ ਗੱਲ ਕਿ ਜਿਹੜੇ ਮਿਡਲ ਈਸਟ ਕੰਟਰੀਜ਼ ਆ, ਇਹਦੇ ਵਿੱਚ ਜਿਹੜੇ ਜਿਹਾਦੀ ਤਨਜ਼ੀਮਾਂ ਆ, ਉਹਨਾਂ ਦੇ ਨਾਲ ਦਹਿਸ਼ਤਗਰਦੀ ਦਾ ਮਾਹੌਲ ਵੀ ਵਧਿਆ, ਜਿਹਦੇ ਕਰਕੇ ਜਿਹੜੇ ਭਾਰਤੀ ਉੱਥੇ ਰਹਿੰਦੇ ਆ ਉਹਨਾਂ ਦੇ ਮਨਾਂ ਦੇ ਅੰਦਰ ਡੈਫੀਨੇਟਲੀ ਜਦੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣਗੀਆਂ, ਟੈਰਰਿਜ਼ਮ ਫੈਲੇਗਾ, ਤਾਂ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਹੈ ਉਹ ਖੌਫ ਹੋਏਗਾ। ਜਦੋਂ ਕਦੀ ਵਾਰ ਦੀ ਲਾਈਕ ਸਿਚੁਏਸ਼ਨ ਆ ਜਾਂਦੀ, ਲੜਾਈ ਲੱਗ ਜਾਂਦੀ ਆ, ਤਾਂ ਉੱਥੋਂ ਭਾਰਤੀਆਂ ਨੂੰ ਬਾਹਰ ਕੱਢਣ ਵਾਸਤੇ ਵੀ ਸਾਡੀ ਭਾਰਤ ਸਰਕਾਰ ਨੂੰ ਖਾਸੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ। ਜਿਸ ਤਰ੍ਹਾਂ ਜਦੋਂ 1990 ਦੇ ਵਿੱਚ ਖਾੜੀ ਯੁੱਧ ਲੱਗਾ ਸੀ, ਇਰਾਕ ਔਰ ਜਿਹੜੀਆਂ ਅਲਾਈਡ ਨੇਸ਼ਨ ਸੀ, ਅਮਰੀਕਾ, ਇੰਗਲੈਂਡ ਵਗੈਰਾ, ਤਾਂ ਉਦੋਂ ਵੀ ਅਸੀਂ 1 ਲੱਖ ਤੋਂ ਜ਼ਿਆਦਾ ਜਿਹੜੇ ਭਾਰਤੀ ਆ ਈਰਾਨ, ਇਰਾਕ, ਕੁਵੈਤ ਤੋਂ ਬਾਹਰ ਕੱਢੇ ਸੀ। ਅਫਗਾਨਿਸਤਾਨ 'ਚ ਤਾਲਿਬਾਨ ਦਾ ਕਬਜ਼ਾ ਹੋਇਆ ਪਿਛਲੇ ਸਾਲ, ਤਾਂ ਅਸੀਂ ਉੱਥੋਂ ਆਪਰੇਸ਼ਨ ਦੇਵੀ ਸ਼ਕਤੀ ਜਿਹੜਾ ਚਲਾਇਆ ਤੇ ਉੱਥੋਂ ਭਾਰਤੀਆਂ ਨੂੰ ਜਿਹੜਾ ਆ ਉਹ ਫਟਾਫਟ ਇਵੈਕੂਏਟ ਕੀਤਾ, ਜਿਹਨੂੰ ਅਸੀਂ ਇਵੈਕੂਏਸ਼ਨ ਡਰਾਈਵ ਕਹਿੰਦੇ ਹਾਂ, ਬਾਹਰ ਉੱਥੋਂ ਕੱਢਿਆ ਗਿਆ। ਯੂਕਰੇਨ ਦੀ ਵਾਰ ਸ਼ੁਰੂ ਹੋਈ ਰਸ਼ੀਆ ਦੇ ਨਾਲ, ਇਸ ਵਕਤ ਵੀ ਚੱਲ ਰਹੀ ਆ। ਉੱਥੋਂ ਵੀ ਜਿਹੜੇ ਉੱਥੇ ਸਾਡੇ ਪੰਜਾਬੀ ਜਾਂ ਭਾਰਤ ਦੇ ਜਿਹੜੇ ਭੈਣ ਭਰਾ
ਛੋਟੇ ਜਿਹੜੇ ਸਾਡੇ ਬੱਚੇ ਜਿਹੜੇ ਡਾਕਟਰੀ ਕਰਨ ਗਏ ਸੀ ਯੂਕਰੇਨ ਤੋਂ, ਉਹਨਾਂ ਨੂੰ ਭਾਰਤ ਦੇ ਵਿੱਚ ਲਿਆਉਣ ਲਈ ਵੀ ਸਾਨੂੰ ਕਾਫੀ ਮਿਹਨਤ ਕਰਨੀ ਪਈ। ਉਹ ਜਿਹੜਾ ਆਪਰੇਸ਼ਨ ਭਾਰਤ ਸਰਕਾਰ ਨੇ ਚਲਾਇਆ ਸੀਗਾ, ਉਹਦਾ ਨਾਮ ਰੱਖਿਆ ਗਿਆ ਸੀ ਆਪਰੇਸ਼ਨ ਗੰਗਾ। ਇਹ ਮੈਂ ਕਿਉਂ ਦੱਸ ਰਿਹਾ ਬੇਟਾ ਕਿ ਜਿਹੜੇ ਮੇਰੇ ਵਿਦਿਆਰਥੀ ਜੀਓਗ੍ਰਾਫੀ ਪੜ੍ਹਦੇ ਆ, ਇਹ ਸਾਰਾ ਕੁਝ ਉਹਨਾਂ ਦੇ ਇੰਡੀਅਨ ਡਾਇਸਪੋਰਾ ਦੇ ਸਬਜੈਕਟ ਜਾਂ ਟੌਪਿਕ ਦੇ ਨਾਲ ਤਲਕ ਰੱਖਦਾ, ਰਿਲੇਸ਼ਨ ਰੱਖਦਾ। ਔਰ ਤੁਹਾਨੂੰ ਜਦੋਂ ਤੁਸੀਂ ਕੋਈ ਵੀ ਟੌਪਿਕ ਜੀਓਗ੍ਰਾਫੀ 'ਚ ਪੜ੍ਹਦੇ ਹੋ, ਚਾਹੇ ਉਹ ਡਾਇਸਪੋਰਾ ਦਾ ਹੋਵੇ, ਸੈਕਸ ਰੇਸ਼ੋ ਦਾ ਹੋਵੇ, ਜਾਂ ਤੁਹਾਡਾ ਐਗਰੀਕਲਚਰ ਵਾਲਾ ਚੈਪਟਰ ਅੱਗੇ ਆ ਰਿਹਾ ਵਾ, ਜਾਂ HDI ਵਾਲਾ ਚੈਪਟਰ ਅੱਗੇ ਆ ਰਿਹਾ, ਜਾਂ ਇੰਡਸਟਰੀ ਵਾਲਾ ਆ ਰਿਹਾ, ਜਾਂ ਜਿਹੜਾ ਤੁਹਾਡਾ ਟਰਾਂਸਪੋਰਟ ਕਮਿਊਨੀਕੇਸ਼ਨ ਐਂਡ ਟ੍ਰੇਡ ਵਾਲਾ ਆ ਰਿਹਾ, ਇਸ ਵਕਤ ਕਰੰਟ ਸਿਚੁਏਸ਼ਨ ਕੀ ਹੈ ਮੁਲਕੀਆਂ ਕੌਮਾਂਤਰੀ ਪੱਧਰ ਤੇ ਕੀ ਘਟਨਾਵਾਂ ਹੋ ਰਹੀਆਂ, ਉਹਨਾਂ ਨੂੰ ਜਾਣਨਾ ਜ਼ਰੂਰੀ ਇਸ ਕਰਕੇ ਆ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਬਿਹਤਰੀਨ ਜ਼ਹੀਨ ਵਿਦਿਆਰਥੀ, ਔਰ ਉਹਨਾਂ ਵਿੱਚੋਂ ਬੜੇ ਵਿਦਿਆਰਥੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਉਹ ਕੰਪੀਟੀਟਿਵ ਐਗਜ਼ਾਮੀਨੇਸ਼ਨ ਦੇ ਇਮਤਿਹਾਨ ਦੇਣੇ ਆ। ਔਰ ਇਹ ਸਾਰੀਆਂ ਗੱਲਾਂ ਬੇਟਾ ਇਹ ਤੁਹਾਡੇ ਕੰਮ ਆਉਣੀਆਂ ਉਸ ਟਾਈਮ ਦੇ ਉੱਪਰ। ਇਸ ਲਈ ਮੈਂ ਅਕਸਰ ਇਸ ਗੱਲ ਤੇ ਜ਼ੋਰ ਦਿੰਦਾ ਹੁੰਦਾ ਕਿ ਮੇਰੇ ਜਿਹੜੇ ਵਿਦਿਆਰਥੀ ਆ, ਐਟਲਸ ਜ਼ਰੂਰ ਦੇਖਿਆ ਕਰੋ, ਰੱਖਿਆ ਕਰੋ, ਅਖਬਾਰ ਜ਼ਰੂਰ ਪੜ੍ਹਿਆ ਕਰੋ, ਨਿਊਜ਼ਪੇਪਰ ਕੋਈ ਵੀ ਚੰਗਾ, ਤਾਂ ਕਿ ਤੁਹਾਨੂੰ ਜਿਹੜੀਆਂ ਤੁਹਾਡੇ ਟੌਪਿਕ ਨਾਲ ਰਿਲੇਟਡ ਜਿਹੜੀਆਂ ਡਿਵੈਲਪਮੈਂਟਸ ਪੂਰੀ ਦੁਨੀਆ ਦੇ ਅੰਦਰ ਹੋ ਰਹੀਆਂ, ਉਹਨਾਂ ਬਾਰੇ ਤੁਹਾਨੂੰ ਪਤਾ ਹੋਵੇ। ਹੁਣ ਦੂਸਰੀ ਇੱਕ ਹੋਰ ਜਿਹੜਾ ਖਤਰਾ ਭਾਰਤੀਆਂ ਲਈ ਸਾਊਦੀ ਅਰੇਬੀਆ ਵਰਗੇ ਕੰਟਰੀ ਦੇ ਵਿੱਚ ਹੈ, ਉਹਦੇ ਵਿੱਚ ਹੈ ਕਿ ਉਹਨਾਂ ਨੇ ਇੱਕ ਨਿਤਾਕਤ ਕਾਨੂੰਨ ਪਾਸ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਗਰ 10 ਮਾਈਗ੍ਰੈਂਟ ਨੂੰ ਤੁਸੀਂ ਨੌਕਰੀ ਦੇਣੀ ਆ ਤੇ ਇੱਕ ਸਾਊਦੀ ਅਰੇਬੀਆ ਦੇ ਨਾਗਰਿਕ ਨੂੰ ਨੌਕਰੀ ਦੇਣੀ ਵੀ ਲਾਜ਼ਮੀ ਹੈ, ਉਹਨੂੰ ਤਰਜੀਹ ਦਿੱਤੀ ਜਾਵੇ। ਸੋ ਸਾਊਦੀ ਅਰੇਬੀਆ ਇਹ ਕੋਸ਼ਿਸ਼ ਕਰ ਰਿਹਾ ਕਿ ਅਸੀਂ ਆਪਣੇ ਸਿਟੀਜ਼ਨ ਜਿਹੜੇ ਆ ਉਹਨਾਂ ਨੂੰ ਨੌਕਰੀ ਪਹਿਲਾਂ ਦੇਵਾਂਗੇ, ਉਸ ਤੋਂ ਬਾਅਦ 'ਚ ਅਸੀਂ ਜਿਹੜੇ ਬਾਹਰਲੇ ਮੁਲਕਾਂ ਤੋਂ ਜਿਹੜੇ ਆਏ ਆ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਔਰ ਕਾਫੀ ਵੱਡੀ ਤਾਦਾਦ ਦੇ ਵਿੱਚ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਭਾਰਤੀ ਡਾਇਸਪੋਰਾ ਇਹਨਾਂ ਮਿਡਲ ਈਸਟ ਕੰਟਰੀਜ਼ ਦੇ ਵਿੱਚ UAE, ਕੁਵੈਤ, ਸਾਊਦੀ ਅਰੇਬੀਆ, ਕਤਰ, ਇਹਨਾਂ ਮੁਲਕਾਂ ਦੇ ਵਿੱਚ ਰਹਿੰਦਾ, ਔਰ ਦਿਨਾਰ ਦੇ ਰੂਪ ਦੇ ਵਿੱਚ ਕਾਫੀ ਰਿਮਿਟੈਂਸ ਜਿਹੜੀ ਆ ਭਾਰਤੀਆਂ ਨੂੰ ਪ੍ਰਾਪਤ ਹੁੰਦੀ ਹੈ। ਜਿਹੜੇ ਇੱਥੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ, ਉਹਨਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਹੈ, ਜੀਵਨ ਦਾ ਪੱਧਰ ਹੈ, ਉਹ ਉੱਚਾ ਹੁੰਦਾ ਹੈ। ਹੁਣ ਕਰਨਾ ਕੀ ਹੈ? ਵਾਟ ਇਜ਼ ਅ ਵੇ ਫਾਰਵਰਡ? ਵੇ ਫਾਰਵਰਡ ਨੂੰ ਜਾਣਨਾ ਬੱਚੇ ਇਸ ਲਈ ਵੀ ਜ਼ਰੂਰੀ ਹੈ ਕਿ ਇਸ ਵਕਤ ਕੀ ਕਰਨ ਦੀ ਜ਼ਰੂਰਤ ਹੈ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਛੋਟੇ ਭੈਣ ਭਰਾ, ਸਾਡੇ ਬੱਚੇ, ਸਾਡੇ ਵਿਦਿਆਰਥੀ ਕਾਫੀ ਤਾਦਾਦ ਦੇ ਵਿੱਚ ਪਿਛਲੇ 15 ਜਾਂ 20 ਸਾਲਾਂ ਦੇ ਵਿੱਚ ਬਾਹਰ ਜਾਣ ਵਾਲੇ ਜਿਹੜੇ ਆ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਹੋਏ ਔਰ ਗਏ ਵੀ ਆ। ਲੱਖਾਂ ਦੀ ਤਾਦਾਦ ਦੇ ਵਿੱਚ ਇੰਡੀਅਨਸ ਜਿਹੜੇ ਆ ਉਹ ਬਾਹਰ ਜਾ ਰਹੇ ਆ, ਨਾ ਸਿਰਫ ਪੰਜਾਬ ਚੋਂ ਸਗੋਂ ਪੂਰੇ ਭਾਰਤ ਵਿੱਚੋਂ। ਔਰ ਅਗਰ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸਾਂ ਤੇ ਜਿਹੜੇ ਸਾਊਥ ਇੰਡੀਅਨਸ ਹੈ, ਜਿਹੜੇ ਖਾਸ ਕਰਕੇ ਕੇਰਲ, ਕਰਨਾਟਕ ਔਰ ਤਮਿਲਨਾਡੂ, ਆਂਧਰਾ ਪ੍ਰਦੇਸ਼ ਔਰ ਤੇਲੰਗਾਨਾ ਦੇ ਜਿਹੜੇ ਲੋਕ ਹੈ, ਉਹ ਕਾਫੀ ਸਕਿਲਡ ਲੇਬਰ ਦੇ ਤੌਰ ਦੇ ਉੱਪਰ ਜਿਹੜਾ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ ਔਰ ਵੱਖ-ਵੱਖ ਮੁਲਕਾਂ ਦੇ ਵਿੱਚ ਬੜੀਆਂ ਚੰਗੀਆਂ ਪੋਸਟਾਂ ਤੇ ਕੰਮ ਕਰਦੇ ਪਏ। ਦੂਸਰੇ ਨੰਬਰ ਤੇ ਚਾਈਨੀਜ਼ ਹੈ ਜਿਹੜੇ ਸਭ ਤੋਂ ਜ਼ਿਆਦਾ। ਸਾਡੇ ਜਿਹੜੇ ਬੱਚੇ ਆ ਉਹ ਜ਼ਿਆਦਾਤਰ ਸਟੂਡੈਂਟ ਵੀਜ਼ੇ ਦੇ ਉੱਪਰ ਜਾਂ ਵਰਕ ਵੀਜ਼ੇ ਦੇ ਉੱਪਰ ਜਿਹੜੇ ਆ ਉਹ ਬਾਹਰਲੇ ਮੁਲਕਾਂ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆ। ਸੋ ਬੈਟਰ ਇਹ ਹੈ ਕਿ ਬਾਹਰਲੇ ਮੁਲਕ ਜਾਣਾ ਆ, ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਤੇ ਜਾਣਾ, ਤੇ ਉਹਦੇ ਲਈ ਚੰਗੀ ਐਜੂਕੇਸ਼ਨ ਪ੍ਰਾਪਤ ਕੀਤੀ ਜਾਵੇ, ਸਿੱਖਿਅਤ ਹੋ ਕੇ ਜਾਇਆ ਜਾਵੇ ਤਾਂ ਕਿ ਅੱਛੀ ਜੌਬ ਜਾ ਕੇ ਲੈ ਸਕੋ। ਤੇ ਇਸ ਟ੍ਰੈਂਡ ਨੂੰ ਜਿਹੜਾ ਹੈ ਉਹ ਕਿਤੇ ਨਾ ਕਿਤੇ ਕੁਛ ਹੱਦ ਤੱਕ ਇਸ ਲਈ ਵੀ ਸਮਝਣ ਦੀ ਜ਼ਰੂਰਤ ਹੈ ਕਿ ਅਗਰ ਅਸੀਂ ਆਪਣੇ ਪੰਜਾਬੀ ਬੱਚੇ, ਸਾਡੇ ਜਿਹੜੇ ਆ ਨੌਜਵਾਨ ਪੀੜ੍ਹੀ, ਨੌਜਵਾਨ ਵਰਗ ਜਿਹੜਾ ਇਹਦੇ 'ਚੋਂ ਮੈਜੋਰਿਟੀ ਬੱਚੇ ਜਿਹੜੇ ਬਾਹਰ ਜਾ ਰਹੇ ਆ ਪੜ੍ਹ ਲਿਖ ਕੇ, ਚਾਹੇ ਉਹ ਡਾਕਟਰ ਹੈ, ਚਾਹੇ ਇੰਜੀਨੀਅਰ ਹੈ, ਚਾਹੇ ਉਹ ਟੀਚਰਸ ਹੈ, ਚਾਹੇ ਉਹ ਕਿਸੇ ਵੀ ਪੜ੍ਹੇ ਲਿਖੇ ਤਬਕੇ ਨਾਲ ਸੰਬੰਧ ਰੱਖਦੇ ਆ, ਤੇ ਉਹਦੇ ਨਾਲ ਇੱਕ ਜਿਹੜੀ ਵੱਡੀ ਸਮੱਸਿਆ ਹੈ ਉਹ ਹੈ ਬ੍ਰੇਨ ਡਰੇਨ। ਜਿਹੜੀ ਜ਼ਹਿਨੀਅਤ ਹੈ ਉਹ ਬਾਹਰਲੇ ਮੁਲਕਾਂ ਵਿੱਚ ਜਾ ਰਹੀ ਹੈ। ਸਾਡਾ ਵਿਦਿਆਰਥੀ ਇੱਥੇ ਪੜ੍ਹਿਆ, ਇੱਥੋਂ ਦੇ ਵਸੀਲੇ, ਰਿਸੋਰਸਿਸ ਇੱਥੋਂ ਦੇ ਲੱਗੇ, ਪੈਸੇ ਇੱਥੇ ਲੱਗੇ, ਪਰ ਉਹ ਸਰਵ ਅਸੀਂ ਕਿੱਥੇ ਜਾ ਕੇ ਕਰ ਰਹੇ ਹਾਂ? ਵਿਦੇਸ਼ਾਂ ਦੇ ਵਿੱਚ। ਉਹਦੀ ਵਜ੍ਹਾ ਹੈ ਸਿੰਪਲ ਜਿਹਦੀ ਬਾਰੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਕੁਝ ਦਿਨ ਪਹਿਲਾਂ ਕਿਹਾ ਸੀਗਾ ਕਿ ਸਭ ਤੋਂ ਵੱਡੀ ਅਲਾਮਤ ਜਿਹੜੀ ਉਹ ਬੇਰੁਜ਼ਗਾਰੀ ਹੈ। ਅਗਰ ਰੁਜ਼ਗਾਰ, ਅਗਰ ਨੌਕਰੀਆਂ ਸਾਡੇ ਪੜ੍ਹੇ ਲਿਖੇ ਬੱਚਿਆਂ ਨੂੰ ਇੱਥੇ ਮਿਲਣਗੀਆਂ ਤੇ ਉਹ ਬਾਹਰਲੇ ਮੁਲਕਾਂ ਦਾ ਰੁਖ ਕਿਉਂ ਕਰਨਗੇ? ਕੋਈ ਵੀ ਖੁਸ਼ੀ ਨਾਲ ਆਪਣਾ ਦੇਸ਼, ਆਪਣੀ ਮਿੱਟੀ, ਆਪਣਾ ਘਰ ਛੱਡ ਕੇ ਨਹੀਂ ਜਾਂਦਾ। ਸੋ ਉਹਦੇ ਲਈ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਨੂੰ ਤਾਲੀਮ ਦੇ ਅੱਛੇ ਮੌਕੇ ਦਿੱਤੇ ਜਾਣ, ਉਹ ਸਾਡੇ ਬੱਚਿਆਂ ਨੂੰ ਨੌਕਰੀਆਂ ਦੇ ਅੱਛੇ ਮੌਕੇ ਦਿੱਤੇ ਜਾਣ, ਉਹਨਾਂ ਲਈ ਇੱਕ ਕੰਡਿਊਸਿਵ ਐਟਮੋਸਫੀਅਰ ਜਿਹੜਾ ਹੈ ਪੜ੍ਹਨ ਦਾ, ਨੌਕਰੀਆਂ ਦਾ, ਉਹ ਦਿੱਤਾ ਜਾ ਸਕੇ, ਤਾਂ ਅਸੀਂ ਆਪਣੇ ਮੁਲਕ ਨੂੰ, ਭਾਰਤ ਨੂੰ, ਅਸੀਂ ਆਪਣੇ ਸੂਬੇ ਨੂੰ, ਪੰਜਾਬ ਨੂੰ ਜਿਹੜਾ ਹੈ ਉਹ ਤਰੱਕੀ ਦੇ ਰਾਹ 'ਤੇ ਜ਼ਰੂਰ ਲੈ ਕੇ ਜਾ ਸਕਦੇ ਹਾਂ। ਸੋ ਇਹਦੇ ਲਈ ਗੌਰਮੈਂਟ ਆਫ ਇੰਡੀਆ ਜਿਹੜੀ ਆ ਉਹ ਪ੍ਰਵਾਸੀ ਭਾਰਤੀਆ ਦਿਵਸ ਹਰ 2 ਸਾਲ ਬਾਅਦ ਮਨਾਉਂਦੀ ਹੈਗੀ ਆ। ਇਸ ਤੋਂ ਇਲਾਵਾ ਵਜਰਾ ਸਕੀਮ ਚਲਾਈ ਹੈ। ਸਾਡੇ ਵਜ਼ੀਰ ਆਜ਼ਮ ਸਾਹਿਬ ਨਰਿੰਦਰ ਮੋਦੀ ਜੀ,
ਉਹ ਜਦੋਂ ਵੀ ਕਿਸੇ ਵਿਦੇਸ਼ੀ ਦੌਰੇ ਤੇ ਜਾਂਦੇ ਆ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉੱਥੇ ਜਾ ਕੇ ਜਿਹੜੇ ਉੱਥੇ ਭਾਰਤੀ ਰਹਿੰਦੇ ਆ ਇੰਡੀਅਨ ਡਾਇਸਪੋਰਾ, ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇ, ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਔਰ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ, ਔਰ ਉਹ ਕੀਤਾ ਜਾਂਦਾ ਕਾਫੀ ਹੱਦ ਤੱਕ। ਸਾਡੀ ਸਰਕਾਰ ਵੀ, ਪੰਜਾਬ ਸਰਕਾਰ ਨੇ ਵੀ ਬੜੀ ਇਹੋ ਜਿਹੀ ਮਿਨਿਸਟਰੀਜ਼ ਵੀ ਬਣਾਈਆਂ ਆ, ਪੁਲਿਸ ਲੈਵਲ ਤੇ ਵੀ ਇਹੋ ਜਿਹੇ ਕਾਫੀ ਕੋਸ਼ਿਸ਼ਾਂ ਕੀਤੀਆਂ ਕਿ ਅਗਰ ਜਿਹੜੇ ਪੰਜਾਬੀ ਜਦੋਂ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਉਹਨਾਂ ਦੀ ਜ਼ਮੀਨ ਨਾਲ ਸੰਬੰਧਿਤ ਕੋਈ ਕੇਸ ਹੈ ਜਾਂ ਉਹਨਾਂ ਦੀ ਕੋਈ ਵੀ ਇਸ ਤਰ੍ਹਾਂ ਦੀ ਸ਼ਿਕਾਇਤ ਹੈ ਤਾਂ ਉਹਨੂੰ ਫੌਰੀ ਤੌਰ ਤੇ ਜਿਹੜਾ ਹੈ ਉਹ ਆ ਕੇ ਹੱਲ ਕੀਤਾ ਜਾਵੇ, ਤਾਂ ਕਿ ਪੰਜਾਬ 'ਚ ਜਦੋਂ ਆਉਣ ਉਹਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਔਰ ਇਹ ਬੜਾ ਜ਼ਰੂਰੀ ਹੈ ਕਿਉਂਕਿ ਜਿਹੜੇ ਵੀ ਵਿਦੇਸ਼ਾਂ ਵਿੱਚ ਸਾਡੇ ਪੰਜਾਬੀ ਪ੍ਰਵਾਸੀ ਰਹਿੰਦੇ ਆ ਉਹਨਾਂ ਦੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਸੂਬੇ ਦੀ ਜਿਹੜੀ ਤਰੱਕੀ ਦੇਖੀਏ, ਉਹ ਖੁਸ਼ ਹੁੰਦੇ ਆ ਤਰੱਕੀ ਦੇਖ ਕੇ, ਔਰ ਉਹਦੇ ਲਈ ਕਾਫੀ ਪੈਸਾ ਉਹਨਾਂ ਨੇ ਪੰਜਾਬ ਦੇ ਵਿੱਚ ਭੇਜਿਆ ਹੈ ਔਰ ਪੰਜਾਬ ਦੀ ਤਰੱਕੀ ਵਾਸਤੇ ਉਹ ਜ਼ਿਆਦਾ ਸੋਚਦੇ ਆ। ਮੈਨੂੰ ਲੱਗਦਾ ਕਿ ਸ਼ਾਇਦ ਉਹ ਘਰੋਂ ਦੂਰ ਹੋ ਕੇ ਆਪਣੇ ਘਰ ਬਾਰੇ ਜ਼ਿਆਦਾ ਸੋਚਦੇ ਆ, ਉਹਨਾਂ ਦੇ ਦਿਲਾਂ ਦੇ ਵਿੱਚ, ਉਹਨਾਂ ਦੇ ਜ਼ਿਹਨ ਦੇ ਵਿੱਚ ਪੰਜਾਬ ਵੱਸਦਾ ਹੈ। ਸੋ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ, ਇਸ ਲਈ ਕੋਸ਼ਿਸ਼ਾਂ ਕਰਨ ਦੀ ਬੜੀ ਜ਼ਿਆਦਾ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇੱਕ ਵਾਰੀ ਆਪਾਂ ਰੀਕੈਪਚੁਲੇਟ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਡਾਇਸਪੋਰਾ ਵਰਡ ਇਹ ਯਾਦ ਕਰ ਲਓ ਬੇਟਾ ਕਿ ਇਹਦਾ ਮਤਲਬ ਹੁੰਦਾ ਹੈ ਕਿ ਬਿਖਰਨਾ ਜਾਂ ਪ੍ਰਵਾਸ ਕਰਨਾ। ਜਦੋਂ ਭਾਰਤੀ ਲੋਕ ਜਿਹੜੇ ਉਹ ਬਾਹਰਲੇ ਮੁਲਕਾਂ 'ਚ ਪ੍ਰਵਾਸ ਕਰ ਜਾਂਦੇ ਆ ਉਹਨਾਂ ਨੂੰ ਡਾਇਸਪੋਰਾ ਕਹਿੰਦੇ, ਔਰ ਇਹ ਵਰਡ ਕਿਸੇ ਵੀ ਕੰਟਰੀ ਵਾਸਤੇ ਜਿਹੜਾ ਵਰਤਿਆ ਜਾ ਸਕਦਾ, ਕਿਸੇ ਵੀ ਦੇਸ਼ ਵਾਸਤੇ। ਇਸ ਲਈ ਸਿਰਫ ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਆਪਾਂ ਭਾਰਤੀਆਂ ਦੀ ਇਕੱਲਿਆਂ ਦੀ ਗੱਲ ਕਰਨੀ ਹੈ। ਫਿਰ ਸਭ ਤੋਂ ਜ਼ਿਆਦਾ ਜਿਹੜੇ NRIs ਹੈ ਉਹ ਭਾਰਤੀ ਹਨ ਪੂਰੀ ਦੁਨੀਆ ਦੇ ਅੰਦਰ। ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਭਾਰਤੀ ਆ ਉਹ ਆਪਣੀ ਨਾਗਰਿਕਤਾ ਛੱਡ ਕੇ ਵਿਦੇਸ਼ਾਂ ਦਾ ਰੁਖ ਕਰ ਰਿਹਾ। ਉਹਦੀਆਂ ਕਾਫੀ ਵਜ੍ਹਾ ਜਿਹੜੀਆਂ ਹਨ, ਬੇਰੁਜ਼ਗਾਰੀ ਮੈਂ ਇੱਕ ਵਜ੍ਹਾ ਦੱਸੀ ਆ, ਜਿਹੜੀ ਪੋਲਰਾਈਜੇਸ਼ਨ ਆ, ਰਿਲੀਜੀਅਸ ਪੋਲਰਾਈਜੇਸ਼ਨ ਆ ਜਾਂ ਧਾਰਮਿਕ ਧਰੁਵੀਕਰਨ ਦੀ ਜਿਹੜੀ ਨੀਤੀ ਹੈ ਉਹ ਵੀ ਇੱਕ ਵਜ੍ਹਾ ਹੈ ਕਿ ਭਾਰਤੀ ਲੋਕ ਆਪਣੀ ਸਿਟੀਜ਼ਨਸ਼ਿਪ ਕਿਉਂ ਛੱਡ ਰਹੇ ਆ। ਔਰ ਇਹ ਜਿਹੜੇ NRIs ਹੈ ਉਹ $78.6 ਬਿਲੀਅਨ ਰਿਮਿਟੈਂਸ ਦੇ ਰੂਪ ਦੇ ਵਿੱਚ ਭਾਰਤ ਵਿੱਚ ਭੇਜਦੇ ਆ ਪੈਸਾ, ਜਿਹਦੇ ਨਾਲ ਸਾਡੇ ਇੱਥੋਂ ਦੇ ਰਹਿਣ ਵਾਲੇ ਜਿਹੜੇ ਉਹਨਾਂ ਦੇ ਮਾਂ-ਬਾਪ, ਉਹਨਾਂ ਦੇ ਭੈਣ ਭਰਾ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਹੈ ਉਹ ਉੱਚਾ ਹੁੰਦਾ ਹੈ। ਇੰਡੀਅਨ ਡਾਇਸਪੋਰਾ ਦਾ ਇਤਿਹਾਸ ਸ਼ਾਰਟ ਦੇ ਵਿੱਚ ਅਗਰ 2 ਨੰਬਰ 'ਚ ਕੁਐਸਚਨ ਆਉਂਦਾ ਹੈ ਤੁਹਾਨੂੰ, ਤਾਂ ਇਹ ਆਖਿਆ ਜਾ ਸਕਦਾ ਹੈ ਕਿ ਭਾਰਤੀ ਡਾਇਸਪੋਰਾ ਦਾ ਇਤਿਹਾਸ ਕੀ ਹੈ ਬੇਟਾ, ਬੜਾ ਪੁਰਾਣਾ ਹੈ। ਜਦੋਂ ਤੋਂ ਸੱਭਿਅਤਾਵਾਂ ਸ਼ੁਰੂ ਹੋਈਆਂ, ਲੋਕੀ ਮਾਈਗ੍ਰੇਟ ਕੀਤੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਹਜ਼ਾਰਾਂ ਸਾਲ ਪਹਿਲਾਂ ਦੀ ਜਿਹੜੀ ਮਾਈਗ੍ਰੇਸ਼ਨ ਹੁੰਦੀ ਸੀ ਉਹਦਾ ਕਾਰਨ ਹੁੰਦਾ ਸੀਗਾ ਪਾਣੀ, ਖਾਣਾ, ਉਹਦੀ ਤਲਾਸ਼ ਦੇ ਵਿੱਚ ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਘੁੰਮਦੇ ਸੀ। ਜਦੋਂ ਵਪਾਰ ਸ਼ੁਰੂ ਹੋਇਆ ਇੱਕ ਮੁਲਕ ਤੋਂ ਦੂਸਰੇ ਮੁਲਕ ਵੱਲ, ਤਜਾਰਤੀ ਸੰਬੰਧ ਬਣੇ, ਤਾਂ ਲੋਕਾਂ ਨੇ ਆਪਣਾ ਜਿਹੜਾ ਹੈ ਉਹ ਮੁਲਕ ਛੱਡ ਕੇ ਦੂਸਰੇ ਮੁਲਕ ਜਾਣਾ ਜਿਹੜਾ ਹੈ ਉਹ ਸ਼ੁਰੂ ਕੀਤਾ। ਅੰਗਰੇਜ਼ਾਂ ਦੇ ਰਾਜ ਦੇ ਵਿੱਚ ਇੰਟੈਂਡਡ ਲੇਬਰਸ, ਬੌਂਡਡ ਲੇਬਰਸ ਜਿਹਨੂੰ ਕਹਿੰਦੇ ਸੀ, ਬੰਧੂਆ ਮਜ਼ਦੂਰ, ਉਹਨਾਂ ਦੇ ਰੂਪ ਵਿੱਚ ਅੰਗਰੇਜ਼ਾਂ ਨੇ ਕਾਫੀ ਭਾਰਤੀਆਂ ਨੂੰ ਦੁਨੀਆ ਦੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਭੇਜਿਆ, ਜਿਹਦੇ ਵਿੱਚ ਵੈਸਟ ਇੰਡੀਜ਼, ਅਫਰੀਕਾ, ਦੱਖਣ ਪੂਰਬ ਏਸ਼ੀਆ, ਸਾਊਥ, ਇਹਨਾਂ ਦੇ ਵਿੱਚ ਜਿਹੜੇ ਭਾਰਤੀ ਜਾਂਦੇ ਸੀ। ਫਿਜੀ ਵਿੱਚ ਅਗਰ ਤੁਹਾਨੂੰ ਵੈਸਟ ਇੰਡੀਜ਼ ਦੇ ਕ੍ਰਿਕਟਰ ਦੇ ਨਾਮ ਯਾਦ ਹੋਣ ਤੇ ਸ਼ਿਵ ਨਾਰਾਇਣ ਚੰਦਰ ਪੌਲ ਬੜੇ ਵਧੀਆ ਇੱਕ ਬੈਟਸਮੈਨ ਹੁੰਦੇ ਸੀ ਵੈਸਟ ਇੰਡੀਜ਼ ਦੇ, ਉਹ ਭਾਰਤੀ ਸੀਗੇ, ਉਹਨਾਂ ਦਾ ਭਾਰਤੀ ਮੂਲ ਦੇ ਸੀਗੇ ਮਤਲਬ। ਸੋ ਕਾਫੀ ਇੰਡੀਅਨ ਜਿਹੜੇ ਫਿਜੀ ਦੇ ਪ੍ਰਧਾਨ ਮੰਤਰੀ ਸੀਗੇ ਉਹ ਵੀ ਇੰਡੀਅਨ ਹੈ। ਸੋ ਕਾਫੀ ਇੰਡੀਅਨ ਜਿਹੜੇ ਆ ਉਹ ਬਾਹਰਲੇ ਮੁਲਕਾਂ ਦੇ ਵਿੱਚ ਗਏ ਚਾਹ ਦੇ ਬਾਗਾਂ 'ਚ ਕੰਮ ਕਰਨ, ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਵਾਸਤੇ, ਕਪਾਹ ਦੀ ਖੇਤੀ ਵਾਸਤੇ, ਰੇਲ ਗੱਡੀਆਂ ਤੇ ਸੜਕਾਂ ਦੇ ਨਿਰਮਾਣ ਵਾਸਤੇ ਕਾਫੀ ਮਜ਼ਦੂਰ ਜਿਹੜੇ ਸਨ ਉਹ ਬਾਹਰਲੇ ਮੁਲਕਾਂ 'ਚ ਅੰਗਰੇਜ਼ ਲੈ ਕੇ ਗਏ। ਜਦੋਂ ਅੰਗਰੇਜ਼ ਚਲੇ ਗਏ ਤਾਂ ਜ਼ਿਆਦਾਤਰ ਮਿਡਲ ਕਲਾਸ ਫੈਮਲੀਜ਼ ਜਿਹੜੀਆਂ ਉਹ ਬਾਹਰਲੇ ਮੁਲਕਾਂ ਵੱਲ ਇਹਨਾਂ ਨੇ ਜਾਣਾ ਸ਼ੁਰੂ ਕੀਤਾ। ਜਿਹੜੇ ਅੰਗਰੇਜ਼ਾਂ ਨੇ ਭਾਰਤੀ ਫਿਜੀ, ਕੇਨੀਆ, ਮਲੇਸ਼ੀਆ 'ਚ ਭੇਜੇ, ਉਹਨਾਂ ਨੂੰ ਗ੍ਰਿਮਿਟੀਆਸ ਕਹਿੰਦੇ ਆ। ਹਾਲਾਂਕਿ ਇਹ ਵਰਡ ਚਾਹੇ ਤੁਹਾਡੇ ਸਿਲੇਬਸ 'ਚ ਨਾ ਹੋਵੇ, ਬਟ ਇਹ ਨੋਟ ਜ਼ਰੂਰ ਕਰ ਲਓ, ਤੁਹਾਨੂੰ ਕਿਤੇ ਨਾ ਕਿਤੇ ਤੁਹਾਡੇ ਕਿਸੇ ਨਾ ਕਿਸੇ ਪੇਪਰ ਐਗਜ਼ਾਮੀਨੇਸ਼ਨ 'ਚ ਭਵਿੱਖ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਕੁਐਸਚਨ ਕਦੀ ਵੀ ਕਿਤੇ ਵੀ ਪੁੱਛਿਆ ਜਾ ਸਕਦਾ ਹੈ। ਪੰਜਾਬ ਦੀ ਗੱਲ ਮੈਂ ਤੁਹਾਨੂੰ ਕਰ ਚੁੱਕਾ ਕਿ ਕਾਫੀ ਸਾਰੇ ਲੋਕ ਜਿਹੜੇ ਆ ਉਹ ਦੁਆਬਾ ਬੈਲਟ 'ਚੋਂ ਸਭ ਤੋਂ ਪਹਿਲਾਂ ਜਾਣੇ ਸ਼ੁਰੂ ਹੋਏ। ਜਲੰਧਰ, ਨਵਾਂ ਸ਼ਹਿਰ, ਕਪੂਰਥਲਾ ਦਾ ਇਲਾਕਾ ਜਿਹੜਾ, ਭੁਲੱਥ, ਬੇਗੋਵਾਲ, ਨੂਰਮਹਿਲ, ਨਕੋਦਰ। ਪਰ ਪਿਛਲੇ 10 ਸਾਲਾਂ ਦੇ ਵਿੱਚ ਇਹ ਟ੍ਰੈਂਡ ਜਿਹੜਾ ਉਹ ਸ਼ਿਫਟ ਹੋ ਗਿਆ ਹੁਣ ਮਾਝਾ ਤੇ ਮਾਲਵਾ। ਹੁਣ ਹਰ ਇੱਕ ਮਾਂ-ਬਾਪ ਜਿਹੜਾ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਚਾਹੇ ਉਹ ਘਰ ਵੇਚੇ, ਜ਼ਮੀਨ ਵੇਚੇ, ਗਹਿਣੇ ਵੇਚੇ, ਲੋਨ ਲਵੇ ਬੈਂਕ ਕੋ, ਪਰ ਆਪਣਾ ਜਿਹੜਾ ਧੀ ਪੁੱਤ ਹੈ
ਉਸਨੂੰ 12ਵੀਂ ਕਰਾ ਕੇ ਬਾਹਰ ਭੇਜ ਦਿਓ। ਜਦੋਂ ਵੀ ਕਦੀ ਵਿਦਿਆਰਥੀ ਬੈਠੇ ਉਹਨਾਂ ਨੂੰ ਪੁੱਛੀਏ ਬੇਟਾ 12ਵੀਂ ਕਰਕੇ ਕੀ ਕਰਨਾ ਹੈ, ਸਾਰੇ ਹੱਥ ਖੜਾ ਕਰਕੇ ਕਹਿ ਦਿੰਦੇ ਆ ਸਰ ਆਈਲੈਟ ਕਰਕੇ ਬਾਹਰ ਜਾਣਾ। ਇੱਕੋ ਜਵਾਬ, ਕਿਉਂ ਜਾਣਾ ਆ, ਕੀ ਕਰੋਗੇ ਉੱਥੇ ਜਾ ਕੇ, ਇਹਦੇ ਬਾਰੇ ਉਹਨਾਂ ਕੋਲ ਕੋਈ ਬਹੁਤ ਸੰਤੁਸ਼ਟੀਜਨਕ ਜਵਾਬ ਨਹੀਂ ਹੁੰਦਾ। ਇਹੋ ਜੀ ਨੌਬਤ ਕਿਉਂ ਆਈ, ਇਹਦੀ ਗਹਿਰਾਈ ਵਿੱਚ ਜਾਣਾ ਜ਼ਰੂਰੀ ਹੈ। ਆਪਣੇ ਟੀਚਰਸ ਨਾਲ ਜ਼ਰੂਰ ਗੱਲ ਕਰੋ ਕਿ ਅਸੀਂ ਕੀ ਕਰੀਏ ਕਿ ਸਾਨੂੰ ਇੱਥੇ ਹੀ ਵਧੀਆ ਤਰੀਕੇ ਨਾਲ ਨੌਕਰੀ ਮਿਲੇ। ਉਸ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਬੇਟਾ ਕਿ ਤੁਸੀਂ ਜਿਹੜਾ ਵੀ ਸਬਜੈਕਟ ਪੜ੍ਹ ਰਹੇ ਹੋ, ਜਿਹੜੀ ਵੀ ਜਮਾਤ ਵਿੱਚ ਪੜ੍ਹ ਰਹੇ ਹੋ, ਉਹਦੇ ਵਿੱਚ ਸਖਤ ਮਿਹਨਤ ਕਰੋ। ਕੋਈ ਵੀ ਸਬਜੈਕਟ ਦੇ ਤੁਹਾਡਾ ਜਿਹੜਾ ਫੇਵਰੇਟ ਹੋ ਸਕਦਾ, ਪੰਜਾਬੀ, ਹਿੰਦੀ, ਇੰਗਲਿਸ਼, ਜੀਓਗ੍ਰਾਫੀ, ਇਕਨੋਮਿਕਸ, ਪੋਲੀਟੀਕਲ ਸਾਇੰਸ, ਹਿਸਟਰੀ, ਜਿਹੜਾ ਵੀ ਸਬਜੈਕਟ ਤੁਹਾਡਾ ਫੇਵਰੇਟ ਹੈ ਉਹਦੇ ਵਿੱਚ ਰੱਜ ਕੇ ਮਿਹਨਤ ਕਰੋ। ਅਗਰ ਜੀਓਗ੍ਰਾਫੀ ਤੁਹਾਡਾ ਫੇਵਰੇਟ ਹੈ, ਰੱਜ ਕੇ ਮਿਹਨਤ ਕਰੋ, ਤੁਹਾਨੂੰ ਭਾਰਤ ਦੇ ਵਿੱਚ ਹੀ ਬਿਹਤਰੀਨ ਨੌਕਰੀਆਂ ਜਿਹੜੀਆਂ ਉਹਦੇ ਮੌਕੇ ਜ਼ਰੂਰ ਮਿਲਣਗੇ। ਜ਼ਿਆਦਾਤਰ ਕਿਹੜੇ ਦੇਸ਼ਾਂ ਵਿੱਚ ਜਿਹੜੇ ਭਾਰਤੀ ਜਾਂਦੇ ਹੈਗੇ ਆ, UAE, ਯੂਨਾਈਟਿਡ ਅਰਬ ਐਮੀਰੇਟ, US 2 ਨੰਬਰ ਤੇ ਹੈ, ਕੈਨੇਡਾ ਆਫ ਕੋਰਸ, ਸਾਊਦੀ ਅਰੇਬੀਆ ਹੈ, ਕੁਵੈਤ ਹੈ, ਓਮਾਨ ਹੈ, UK, ਕਤਰ। ਸੋ ਇਹ ਤੁਸੀਂ ਤੁਹਾਡੀ ਬੁੱਕ ਦੇ ਵਿੱਚ ਡਾਟਾ ਦਿੱਤਾ ਹੈ, ਤੁਸੀਂ ਨੋਟ ਕਰ ਲੈਣਾ ਹੈ। NRI ਤੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦਾ ਮੈਂ ਫਰਕ ਤੁਹਾਨੂੰ ਦੱਸ ਦਿੱਤਾ ਹੈ। ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਭਾਰਤ ਦਾ ਨਾਗਰਿਕ ਨਹੀਂ ਹੁੰਦਾ, ਵੋਟਿੰਗ ਦਾ ਹੱਕ ਨਹੀਂ ਹੈ। ਪਰ ਜਿਹੜਾ NRI ਹੈ ਉਹਦੇ ਕੋਲ ਇੰਡੀਅਨ ਪਾਸਪੋਰਟ ਹੈ, ਪਰ ਉਹ ਬਾਹਰਲੇ ਮੁਲਕ ਦੇ ਵਿੱਚ ਰਹਿੰਦਾ ਹੈ। ਭਾਰਤ ਦੀਆਂ ਲਈ ਵੱਧਦੀਆਂ ਸਮੱਸਿਆਵਾਂ ਇਹ ਮੈਂ ਤੁਹਾਨੂੰ ਦੱਸ ਦਿੱਤੀਆਂ, ਨਫ਼ਰਤ ਭਰੇ ਭਾਸ਼ਣ, ਐਂਟੀ ਗਲੋਬਲਾਈਜੇਸ਼ਨ ਦਾ ਮਾਹੌਲ, ਨੌਕਰੀਆਂ ਘੱਟ ਰਹੀਆਂ, ਵੀਜ਼ਾ ਕਾਨੂੰਨ ਜਿਹੜੇ ਸਖਤ ਹੋ ਰਿਹਾ, ਮੱਧ ਏਸ਼ੀਆਈ ਮੁਲਕਾਂ ਦੇ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਜਿਹੜੀਆਂ ਉਹ ਵੱਧ ਰਹੀਆਂ। ਆਪਰੇਸ਼ਨ ਗੰਗਾ ਯੂਕਰੇਨ ਦੇ ਵਿੱਚ ਚਲਾਇਆ ਸੀ ਭਾਰਤ ਸਰਕਾਰ ਨੇ, ਆਪਰੇਸ਼ਨ ਦੇਵੀ ਸ਼ਕਤੀ ਅਫਗਾਨਿਸਤਾਨ ਦੇ ਵਿੱਚ ਚਲਾਇਆ ਸੀਗਾ। ਦਿਸ ਇਜ਼ ਫॉर ਦੋਜ਼ ਸਟੂਡੈਂਟ who wish to prepare for competitive examinations. I wish you all the best for your future endeavors. What is the way forward? ਭਾਰਤੀ ਜਨਤਾ ਨੂੰ ਭਾਰਤੀ ਡਾਇਸਪੋਰਾ ਦੀਆਂ ਉਪਲਬਧੀਆਂ ਤੋਂ ਜਾਣੂ ਕਰਾਉਣ ਦੀ ਜ਼ਰੂਰਤ ਹੈ ਕਿ ਉਹ ਕਿੰਨਾ ਮਿਹਨਤ ਕਰਕੇ ਇਸ ਮੁਲਕ ਦਾ, ਇਸ ਸੂਬੇ ਦਾ ਨਾਮ ਰੌਸ਼ਨ ਕਰਦੇ ਪਏ ਆ। ਉਹਨਾਂ ਦੀ ਡਿਵੈਲਪਮੈਂਟ ਲਈ ਨਵੀਆਂ ਨੀਤੀਆਂ ਬਣਾਏ ਜਾਣ ਦੀ ਲੋੜ ਹੈ। ਭਾਰਤ ਦੇ ਵਿੱਚ ਹਾਲਾਤ ਹੋਰ ਬਿਹਤਰ ਕਰਨ ਦੀ ਲੋੜ ਹੈ, ਉਹਨਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਦੀ ਲੋੜ ਹੈ, ਤਾਂ ਕਿ ਅਗਰ ਉਹ ਭਾਰਤ ਵਿੱਚ ਆਉਂਦੇ ਆ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ, ਉਹਨਾਂ ਦਾ ਨਿੱਘਾ ਜਿਹੜਾ ਸਵਾਗਤ ਕੀਤਾ ਜਾਵੇ ਇੱਥੇ, ਔਰ ਉਹਨਾਂ ਨੂੰ ਭਾਰਤ ਦੀ ਜਾਂ ਇਸ ਸੂਬੇ ਦੀ, ਸਾਡੇ ਪੰਜਾਬ ਦੀ ਤਰੱਕੀ ਕਰਨ ਦੇ ਵਿੱਚ ਉਹਨਾਂ ਨੂੰ ਅਸੀਂ ਇਹ ਰਿਕੁਐਸਟ ਕਰੀਏ ਕਿ ਉਸ ਤਰੱਕੀ ਦੇ ਵਿੱਚ ਸਾਡੀ ਦੇ ਵਿੱਚ ਹਿੱਸਾ ਪਾਉਣ। ਇਹਦੇ ਨਾਲ ਸਾਡੇ ਭਾਰਤੀ ਲੋਕਾਂ ਦੇ ਤੇ ਬਾਹਰਲੇ ਮੁਲਕਾਂ ਦੇ ਜਿਹੜੇ ਰਿਲੇਸ਼ਨਸ ਹੈ, ਸਫਾਰਤੀ ਜਾਂ ਤਜਾਰਤੀ ਸੰਬੰਧ ਜਿਹੜੇ ਆ ਉਹ ਹੋਰ ਜ਼ਿਆਦਾ ਮਜ਼ਬੂਤ ਹੋਣਗੇ। ਸੋ ਤੁਸੀਂ ਆਪਣੇ ਸੁਝਾਅ ਤੇ ਕਮੈਂਟਸ ਮੇਰੇ ਫੋਨ ਨੰਬਰ 9463686611 ਇਸ ਫੋਨ ਤੇ ਭੇਜ ਸਕਦੇ ਹੋ। WhatsApp ਚੱਲਦਾ ਹੈ tejinder.kpt@gmail.com ਤੇ ਵੀ ਤੁਸੀਂ ਆਪਣੇ ਜਿਹੜੇ ਸੁਝਾਅ ਮੈਨੂੰ ਭੇਜ ਸਕਦੇ ਹੋ। ਸੋ ਇਸ ਸਾਰੇ ਇੰਡੀਅਨ ਡਾਇਸਪੋਰਾ ਦੇ ਟੌਪਿਕ ਨੂੰ ਬੜੇ ਧਿਆਨ ਨਾਲ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਉਮੀਦ ਹੈ ਕਿ ਤੁਹਾਨੂੰ ਇਹ ਟੌਪਿਕ ਜਿਹੜਾ ਹੈ ਉਹ ਸਮਝ ਆਇਆ ਹੋਵੇਗਾ। ਅਗਰ ਕੋਈ ਦਿੱਕਤ ਹੋਈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੇਰੇ ਸਾਰੇ ਭੈਣ ਭਰਾ ਜਿਹੜੇ ਜੀਓਗ੍ਰਾਫੀ ਪੜ੍ਹਾਉਣ ਵਾਲੇ ਔਰ ਸਾਰੇ ਪਿਆਰੇ ਜੀਓਗ੍ਰਾਫੀ ਦੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।